चलना शुरू कर दिया तो वो मेरा कोई रोल नहीं है। इस करके थोड़ा गल समझ भी लेना चाहिए है। घर आके पुछ ले बंदा की है, ये बंदे अंदर बैठे। हरजीत सिंह अंदर मोह नहीं हैगा, लालच नहीं हैगा पैसे का या किसी होर चीज़ का नहीं हैगा, मानते हो चैनल ते? देखो गुरु दी मतलब कि देखो कोई बंदा कंप्लीट नहीं है, पहले एक कोई कंप्लीट नहीं है। असी गुरुकुल सिख रहे हैं ते असी सिख ही रहना है। लोग मैं कह रहा मेरे हर बंदे नहीं ਇਹ ਗੱਲਾਂ ਪ੍ਰਚਾਰਕ ਜਿਹੜੇ ਜੰਮੂ ਕਸ਼ਮੀਰ ਦੀ ਸਿੱਖ ਬਸਤੀਆਂ ਦੇ ਵਿੱਚ ਨਸ਼ਾ ਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਵੀ ਸਿੱਖ ਤੇ ਜਿਹੜੇ ਸਿੱਖ ਨਸ਼ੇ ਦੀ ਤਸਕਰੀ ਕਰ ਰਹੇ ਹੋਣ ਉਹਨਾਂ ਸਿੱਖਾਂ ਤੋਂ ਫਿਰ ਕੀ ਉਮੀਦ ਕੀਤੀ ਜਾ ਸਕਦੀ ਹੈ? ਇੱਕ ਦਰਜਨ ਨਾਲੋਂ ਵੱਧ ਸੰਸਥਾਵਾਂ ਨੇ ਸਿੱਖਾਂ ਦੀਆਂ, लेकिन वो सिखां ਦੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਕੀ ਹੈ ਕਿ ਉਹ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਨੇ ਜਾਂ ਨਹੀਂ ਨਿਭਾ ਰਹੀਆਂ। ਲੇਕਿਨ ਇੱਕ ਇਹੋ ਜਿਹਾ ਸ਼ਖਸ ਜਿਹੜਾ ਸਵੇਰੇ ਸਵਖਤੇ ਉੱਠ ਕੇ ਲਾਈਵ ਆਉਂਦਾ, ਲਾਈਵ ਆ ਕੇ ਸਿੱਖੀ ਦੀ ਗੱਲ ਕਰਦਾ, ਸਿੱਖੀ ਦੇ ਪ੍ਰਚਾਰ ਦੀ ਗੱਲ ਕਰਦਾ, ਭਾਵੇਂ ਦਰਜਨਾਂ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਉਹਦੀ ਗੱਲ ਕਰਦੀਆਂ ਨੇ, ਪਰ ਇੱਕ ਸਿੱਖ ਇਹੋ ਜਿਹਾ ਜਿਹੜਾ ਹਮੇਸ਼ਾ ਉਹਨਾਂ ਦੇ ਵਿਰੋਧ ਵਿੱਚ ਰਹਿੰਦਾ ਹੈ। ਵਿਰੋਧ 'ਚ ਰਹਿਣ ਦਾ ਕਾਰਨ ਕੀ ਹੈ? ਤੇ ਨਸ਼ੇ ਦੇ ਉੱਪਰ ਇਹਨਾਂ ਦਿਨਾਂ ਵਿੱਚ ਲਗਾਤਾਰ ਉਹ ਗੱਲਬਾਤ ਕਰ ਰਹੇ ਨੇ। ਹੋਰ ਵੀ ਕਾਫੀ ਸਾਰੀਆਂ ਗੱਲਾਂ ਨੇ ਜਿਨ੍ਹਾਂ 'ਤੇ ਉਹਨਾਂ ਨਾਲ ਚਰਚਾ ਕਰਾਂਗੇ। ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਭਾਈ ਹਰਜੀਤ ਸਿੰਘ ਜੀ, ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ ਨਸ਼ੇ ਨੂੰ ਲੈ ਕੇ ਇਤਨੀ ਚਿੰਤਾ ਤੇ ਰੋਜ਼ ਨਸ਼ੇ ਦੀ ਗੱਲ ਕਰਨ ਦਾ ਕਾਰਨ ਕੀ ਹੈ, ਜਦ ਕਿ ਹੋਰ ਵੀ ਸੰਸਥਾਵਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਵੀਰ ਜੀ, ਜੋ ਤੁਸੀਂ ਨਸ਼ੇ ਤੇ ਗੱਲ ਕੀਤੀ ਹੈ, ਇਸ ਵੇਲੇ ਅਸੀਂ ਜੰਮੂ 'ਚ ਰਹਿੰਦੇ ਹਾਂ ਤੇ ਜੰਮੂ ਦੇ ਵਿੱਚ ਨਸ਼ਾ ਜਿਹੜਾ ਇਤਨਾ ਫੈਲ ਚੁੱਕਿਆ ਹੈ, ਜ਼ਿਆਦਾਤਰ ਸਿੱਖ ਬਸਤੀਆਂ ਦੇ ਵਿੱਚ। ਸਿੱਖ ਬਸਤੀਆਂ ਵਿੱਚ ਨਸ਼ਾ ਇੰਨਾ ਫੈਲ ਚੁੱਕਿਆ ਹੈ ਕਿ ਸਾਡੇ ਨੌਜਵਾਨ ਯੰਗ, ਤੁਹਾਨੂੰ ਪਤਾ ਡੈਥ ਹੋ ਰਹੀ ਹੈ, ਕੋਈ ਚਿੱਟਾ ਖਾ ਕੇ, ਕੋਈ ਫੀਮ ਖਾ ਕੇ। ਤਾਂ ਉਹ ਇਹ ਗੱਲ ਵੇਖ ਕੇ ਮੈਨੂੰ ਬੜੀ ਚਿੰਤਾ ਹੋਈ ਕਿ ਸਾਡੀਆਂ ਇੱਥੇ ਬੜੀਆਂ ਸੰਸਥਾਵਾਂ ਨੇ। ਤੁਸੀਂ ਇੱਕ ਦਰਜਨ ਦੀ ਗੱਲ ਕੀਤੀ ਹੈ। ਇੱਥੇ ਸਾਰਾ ਡੇਰਾ ਹੈ ਜੋ ਬਹੁਤ ਪੁਰਾਣਾ ਹੈ, ਉਹਨਾਂ ਦੇ ਸਤਿਕਾਰਯੋਗ ਜਿਹੜੇ ਮਹੰਤ ਮਨਜੀਤ ਸਿੰਘ ਜੀ ਉਹ ਮੁਖੀ ਨੇ। ਜੰਮੂ ਕਸ਼ਮੀਰ ਵਿੱਚ ਹੁਣ ਜਿਹੜੀ ਨਵੀਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਉਹ ਸਾਰੇ ਜਿਹੜੇ ਵੀਰ ਨੇ ਗੁਰਸਿੱਖ ਵੀਰ ਨੇ। ਪਰ ਵੇਖਣ ਵਿੱਚ ਇਹ ਆਇਆ ਕਿ ਅਜੇ ਵੀ ਸੱਚ ਬੋਲਣ ਤੋਂ ਉਹ ਪਰਹੇਜ਼ ਕਰ ਰਹੇ ਨੇ, ਕੁਝ ਡਰ ਰਹੇ ਨੇ। ਉਹਨਾਂ ਦੇ ਮਨ ਵਿੱਚ ਝਾਕਾ ਹੈ ਨਸ਼ੇ ਦੇ ਉੱਤੇ ਲਾ ਕੇ, ਕਿਉਂਕਿ ਮੇਰੀ ਗੱਲਬਾਤ ਹੋਈ ਇੱਕ ਦੋ ਦਿਨ ਪਹਿਲੇ ਇੱਕ ਦੋ ਵੀਰਾਂ ਦੇ ਨਾਲ। ਉੱਥੋਂ ਮੈਨੂੰ ਪਤਾ ਲੱਗਾ ਕਿ ਇਹ ਜ਼ਿਆਦਾਤਰ ਇਹਨਾਂ ਨੂੰ ਝਾਕਾ ਹੈ। ਝਾਕਾ ਕਿਉਂ ਹੈ, ਉਹਦਾ ਕੀ ਕਾਰਨ ਹੈ, ਇਹ ਉਹ ਆਪ ਹੀ ਜਾਣਦੇ। ਨਹੀਂ, ਮੈਂ ਹਰਜੀਤ ਜੀ ਇਹ ਗੱਲ ਕਰਾਂਗਾ। ਤੁਸੀਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਵਾਲ ਚੁੱਕੇ ਨੇ, ਤੁਸੀਂ ਕਿਹਾ ਵੀ ਜਾਂ ਡੇਰਾ ਜਿਹੜਾ ਹੈ ਨਗਾਲੀ ਸਾਹਿਬ ਉਹਦੇ 'ਤੇ ਸਵਾਲ ਚੁੱਕਿਆ ਤੁਸੀਂ। ਮਹੰਤ ਮਨਜੀਤ ਸਿੰਘ ਜਿਹੜੇ ਨੇ ਉਹ ਆਪਣਾ ਕੰਮ ਬਖੂਬੀ ਜਿਹੜਾ ਕਰ ਰਹੇ ਨੇ, ਸਿੱਖਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਜਾਂ ਜਿਹੜੀਆਂ ਵੀ ਗੱਲਾਂ ਪ੍ਰਚਾਰ ਹੋ ਰਿਹਾ ਖੁੱਲ੍ਹ ਕੇ ਹੋ ਰਿਹਾ। ਪਰ ਦੂਜੇ ਪਾਸੇ ਜਿਹੜੀ ਤੁਸੀਂ ਡਿਸਟ੍ਰਿਕਟ ਕਮੇਟੀ ਦੀ ਗੱਲ ਕੀਤੀ ਹੈ, ਜੇ ਤੁਸੀਂ ਉਹਨਾਂ ਦੀਆਂ ਲੱਤਾਂ ਖਿੱਚ ਰਹੇ ਹੋ ਤੇ ਤੁਸੀਂ ਆਪ ਕਿਉਂ ਕਮੇਟੀ 'ਚ ਨਹੀਂ ਗਏ? ਤੁਸੀਂ ਇਲੈਕਸ਼ਨ ਲੜ ਲੈਂਦੇ, ਇਲੈਕਸ਼ਨ ਲੜ ਕੇ ਗੱਲ ਕਰਦੇ। ਦੇਖੋ, ਲੱਤਾਂ ਖਿੱਚਣਾ ਸੌਖੀਆਂ ਨੇ, ਪਰ ਜਿਸ ਵੇਲੇ ਆਪ ਕੰਮ ਕਰਨਾ ਪਏ ਪਤਾ ਫੇਰ ਲੱਗਦਾ ਹੈ। ਇਹ ਨਸ਼ੇ ਦਾ ਵਪਾਰ ਜਿਹੜਾ ਅੱਜ ਦਾ ਨਹੀਂ ਚੱਲ ਰਿਹਾ, ਉਹਨਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹੋਈਆਂ, ਕੰਮ ਕਰ ਰਹੇ ਹੋਣੇ ਨੇ। ਲੇਕਿਨ ਲੱਤ ਖਿੱਚਣ ਨਾਲੋਂ ਚੰਗਾ ਸੀ ਤੁਸੀਂ ਇਲੈਕਸ਼ਨ ਲੜਦੇ, ਇਲੈਕਸ਼ਨ ਜਿੱਤ ਕੇ ਜਾਂਦੇ, ਫਿਰ ਇਹ ਗੱਲ ਕਹਿੰਦੇ ਵੀ ਮੈਂ ਨਸ਼ੇ ਦਾ ਵਿਰੋਧ ਕਰ ਰਿਹਾ, ਉਹ ਨਸ਼ਾ ਖਤਮ ਕਰੇ, ਫਿਰ ਗੱਲ ਕੁਛ ਹੋ। ਦੇਖੋ ਵੀਰ ਜੀ, ਹੁਣ ਅਸੀਂ ਕੰਮ ਇਹ ਕਰਨਾ ਕਿ ਅਸੀਂ ਸੇਵਾਦਾਰ, ਇਹ ਜਿਹੜੇ ਬੰਦੇ ਕੋਈ ਪ੍ਰਧਾਨ ਬਣਿਆ, ਸੈਕਟਰੀ ਬਣਿਆ, ਅਸੀਂ ਚੌਧਰ ਦੇ ਭੁੱਖ ਨਹੀਂ ਆ। ਇਲੈਕਸ਼ਨ ਤੇ ਹੋਣੀ ਚਾਹੀਦੀ ਸਿਲੈਕਸ਼ਨ। ਇਲੈਕਸ਼ਨ ਤਾਂ ਹੋ ਰਹੀ, ਵੰਡਾ ਪੈ ਗਈਆਂ, ਲੜਾਈਆਂ ਲੱਗੀਆਂ। ਕੋਈ ਕਹਿੰਦਾ ਮੈਨੂੰ ਪ੍ਰਧਾਨ, ਮੈਨੂੰ ਸੈਕਟਰੀ। ਬਿਨਾਂ ਇਲੈਕਸ਼ਨ ਲੜੇ ਵੀ ਬੰਦਾ ਸੇਵਾ ਕਰ ਸਕਦਾ, ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ। ਇਲੈਕਸ਼ਨ ਕੋਈ ਨਹੀਂ ਲੜੀ, ਪਰ ਫਿਰ ਵੀ ਅਸੀਂ ਆਪਣੇ ਘਰੋਂ ਸੇਵਾ ਕਰ ਰਹੇ ਹਾਂ, ਮਨੁੱਖਤਾ ਨੂੰ ਜਗਾ ਰਹੇ ਹਾਂ, ਇਨਸਾਨ ਨੂੰ ਜਗਾ ਕੇ ਨਸ਼ਾ ਗਲਤ ਹੈ। ਇਹ ਕੰਮ ਜਿਹੜਾ ਹੈ ਇਹ ਗੁਰਦੁਆਰੇ ਕਮੇਟੀਆਂ ਦਾ ਹੈ ਜਾਂ ਸਤਿਕਾਰਯੋਗ ਮਹੰਤ ਸਾਹਿਬ ਜੀ ਦਾ ਹੈ। ਉਹ ਹੁਣ ਸਾਨੂੰ ਕਰਨਾ ਪੈ ਰਿਹਾ, ਕਿਉਂਕਿ ਇਹ ਨਹੀਂ ਕਰ ਰਹੇ। ਹੁਣ ਸਾਨੂੰ ਸੱਚ ਬੋਲਣਾ ਪੈ ਰਿਹਾ। ਮੈਂ ਤਾਂ ਚਾਹੁੰਦਾ ਕਿ ਨਹੀਂ, ਜੇ ਬੋਲਣ ਨਾਲ ਕੰਮ ਹੁੰਦੇ ਤਾਂ ਪ੍ਰਚਾਰ ਤਾਂ ਉਹ ਵੀ ਸਾਰੇ ਕਰ ਰਹੇ ਆ, ਫਿਰ ਬੋਲ ਕੇ ਕੰਮ ਹੋ ਜਾਂਦੇ। ਚੱਕੋ ਕਿਰਪਾਨ ਤੁਸੀਂ ਵੀ, ਚੱਕੋ ਕਿਰਪਾਨ ਤੁਸੀਂ ਵੀ, ਜਿਸ ਇਲਾਕੇ ਤੁਸੀਂ ਰਹਿ ਰਹੇ ਹੋ ਤੁਹਾਨੂੰ ਵੀ ਪਤਾ ਨਸ਼ਾ ਕਿੱਥੇ ਹੋ ਰਿਹਾ, ਜ਼ਿਆਦਾ ਨਸ਼ੇ ਦਾ ਵਪਾਰ ਕਿੱਥੇ ਹੋ ਰਿਹਾ, ਜਰਾ ਕਿਉਂ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ? ਉਤਰੋ ਫਿਰ ਮੈਦਾਨ 'ਚ, ਤੁਸੀਂ ਕੁੜੀ ਉਤਰਦੇ। ਬਿਲਕੁਲ, ਮੈਦਾਨ 'ਚ ਉਤਰਨ ਵਾਸਤੇ ਤੇ ਹੁਣ ਖੜੇ ਹੋਏ। ਮੈਂ ਇੱਕ ਦੋ ਸਲਾਹਾਂ ਜਿਹੜੀਆਂ ਦੇਣਾ ਚਾਹੁੰਦਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਮਾਨ ਸਾਹਿਬ ਜੀ ਨੂੰ। ਬਾਈ, ਜਿਹੜੇ ਬੰਦੇ ਆਨੰਦ ਕਾਰਜ ਕਰਦੇ ਨੇ ਉਹਨਾਂ ਨੂੰ ਰਿਟਰਨ ਵਿੱਚ ਲਿਖਾ ਲਓ ਬਈ ਜੇ ਤੁਸੀਂ ਆਪਣੇ ਘਰ ਕਾਕਟੇਲ ਪਾਰਟੀ ਕੀਤੀ, ਇਹ ਤੁਹਾਡੇ ਬੱਚਿਆਂ ਦਾ ਜਿਹੜਾ ਆਨੰਦ ਕਾਰਜ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੋ ਸਕਦਾ ਰਿਟਰਨ 'ਚ। ਜੇ ਇਹੋ ਜਿਹੇ ਕੁਝ ਸਖਤ ਸਟੈਪ ਚੁੱਕੇ ਜਾਣ ਤੇ ਨਸ਼ੇ ਤੇ ਕੰਟਰੋਲ ਹੋ ਸਕਦਾ। ਮੈਨੂੰ ਬਣਾਓ ਪ੍ਰਧਾਨ, ਮੈਨੂੰ ਬਣਾਓ ਕਿ ਸੈਕਟਰੀ, ਮੈਂ ਇਹ ਡਿਸੀਜਨ ਲੈ ਲਾਂਗਾ। ਇਹਦੇ ਪਿੱਛੇ ਕੀ ਕਾਰਨ ਹੈ? ਤੁਸੀਂ ਹੁਣ ਕਿਹਾ
ਬਈ ਮੈਂ ਚੌਧਰ ਦਾ ਭੁੱਖਾ ਨਹੀਂ, 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 ਮੈਂ ਪ੍ਰਧਾਨਗੀ ਨਹੀਂ ਚਾਹੁੰਦਾ। ਹੁਣੇ ਤੁਸੀਂ ਕਿਹਾ ਮੈਨੂੰ ਪ੍ਰਧਾਨ ਬਣਾ ਦਿਓ, ਮੈਨੂੰ ਨਹੀਂ, ਸੈਕਟਰੀ। ਮੈਂ ਇਹ ਤਾਂ ਗੱਲ ਕਰ ਰਿਹਾ ਕਿ ਹੋ ਸਕਦਾ ਜੇ ਉਹ ਲੋਕ ਸਮਝਦੇ ਸਾਡੇ ਕੋਲ ਪਾਵਰ ਹੈਗੀ, ਕੋਈ ਪਾਵਰ ਤਾਂ ਉਹਨਾਂ ਕੋਲ ਹੈ, ਗੁਰਦੁਆਰਿਆਂ ਦੇ ਕੰਟਰੋਲ ਉਹਨਾਂ ਕੋਲ ਹੈ, ਲੋਕਾਂ ਨੇ ਉੱਥੇ ਜਾਣੇ ਆਨੰਦ ਕਾਰਜ ਕਰਾਉਣ, ਮੇਰੇ ਘਰ ਤੇ ਆਉਣਾ ਨਹੀਂ ਕਿਸੇ ਨੇ, ਕਿਉਂਕਿ ਲੈਟਰ ਪੈਡ ਉਹਨਾਂ ਕੋਲ ਨੇ। ਉਹਨਾਂ ਨੇ ਲੈਟਰ ਪੈਡ ਦੇ ਵਿੱਚ ਲਿਖਾ ਲੈਣਾ ਚਾਹੀਦਾ ਬਈ ਜੇ ਤੁਹਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਮਗਰੋਂ ਨਸ਼ਾ ਵੰਡਿਆ ਗਿਆ, ਕਿ ਸਮਝ ਲੋਕ ਇੱਕ ਤੇ ਉਹਨਾਂ ਲੋਕਾਂ ਨੂੰ ਬਾਈਕਾਟ ਕਰੋ, ਸੋਸ਼ਲ ਬਾਈਕਾਟ, ਉਹਨਾਂ ਨੂੰ ਤੇ ਬੁਲਾਣਾ ਬੰਦ ਕਰਾ, ਉਹਨਾਂ ਦਾ ਟੋਟਲੀ ਸੋਸ਼ਲ ਬਾਈਕਾਟ ਹੋਣਾ ਚਾਹੀਦਾ। ਜਿਹੜੇ ਲੋਕੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦੇ ਬਾਅਦ ਆਪਣੇ ਘਰ ਵੀ ਕਾਕਟੇਲ ਪਾਰਟੀਆਂ ਕਰਦੇ, ਉਹ ਤੇ ਪਹਿਲੇ ਸਿੱਖ ਹੀ ਨਹੀਂ, ਪਹਿਲੇ ਇਹ ਕਹਿੰਦਾ ਉਹ ਬੰਦਾ ਸਿੱਖ ਨਹੀਂ ਜਿਹੜਾ ਨਸ਼ਾ ਕਰਦਾ, ਕਿਉਂਕਿ ਬਾਣੀ ਸਾਫ਼ ਲਿਖਿਆ, ਗੁਰੂ ਨਾਨਕ ਸਾਫ਼ ਮਨਾ ਕਰ ਰਿਹਾ ਹੈ ਕਿ ਸਿੱਖ ਨੇ ਨਸ਼ਾ ਨਹੀਂ ਕਰਨਾ। ਫਿਰ ਸਿੱਖ ਨਸ਼ਾ ਕਿਉਂ ਕਰ ਰਿਹਾ? ਇਹਦਾ ਮਤਲਬ ਨਸ਼ੇ ਕਰਨ ਵਾਲਾ ਸਿੱਖ ਨਹੀਂ, ਇਹ ਫਿਰ ਪੱਗਾਂ ਬੰਨ੍ਹਣ ਵਾਲੇ ਇਹ ਨਕਲੀ ਸਿੱਖ ਨੇ, ਫਿਰ ਅਸਲੀ ਨਹੀਂ। ਨਸ਼ੇ ਕਰਨ ਵਾਲਾ ਇਨਕੰਪਲੀਟ ਸਿੱਖ ਹੈ, ਉਹ ਸਿੱਖ ਨਹੀਂ। ਇਹ ਸੱਚ ਸਾਨੂੰ ਬੋਲਣਾ ਪੈਣਾ। ਇਹ ਗੱਲਾਂ ਲੋਕਾਂ ਨੂੰ ਹਿੱਟ ਕਰਨਗੀਆਂ, ਲੋਕ ਤਾਂ ਛੱਡਣਗੇ, ਕਿਉਂਕਿ ਸੱਚ ਸਾਡੇ ਸਟੇਜਾਂ ਤੇ ਸੱਚ ਬੋਲਿਆ ਨਹੀਂ ਜਾ ਰਿਹਾ। ਜੇ ਸੱਚ ਬੋਲਾਂਗੇ ਤੇ ਗੱਲ ਬਣੇਗੀ। ਮੈਨੂੰ ਬੁਲਾਓ ਸਟੇਜਾਂ ਤੇ ਪ੍ਰਚਾਰ ਵਾਸਤੇ, ਮੈਂ ਤਿਆਰ ਹਾਂ ਗੁਰਦੁਆਰੇ। ਨਹੀਂ ਤਾਂ ਜੇ ਦਰਜਨ ਤੋਂ ਵੱਧ ਪਹਿਲੇ ਸੰਸਥਾਵਾਂ ਬਣੀਆਂ ਨੇ, ਇੱਕ ਤੁਸੀਂ ਵੀ ਬਣਾ ਲਓ, ਕੀ ਫਰਕ ਪੈਂਦਾ ਤੇ ਪਤਾ ਲੱਗ ਜਾਏਗਾ ਫਿਰ ਤੁਸੀਂ ਕਿੰਨਾ ਕੁ ਕੰਮ ਕਰਦੇ ਹੋ। ਕੰਪੀਟੀਸ਼ਨ ਕਰ ਲਓ ਬਾਕੀ ਨਾਲ। ਨਹੀਂ ਕੰਪੀਟੀਸ਼ਨ ਨਹੀਂ ਕਰਨਾ, ਅਸੀਂ ਪ੍ਰੈਕਟੀਕਲੀ ਕਰਨਾ, ਅਸੀਂ ਲੋਕਾਂ ਨੂੰ ਅਵੇਅਰ ਕਰਨਾ, ਅਸੀਂ ਇਹ ਦੱਸਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕੀ ਹੈ। ਰਾਗੀ ਸ਼ਬਦ ਨਹੀਂ ਪੜ੍ਹਦੇ। ਨਹੀਂ, ਸਵਾਲ ਮੇਰਾ ਜਿਹੜਾ ਹੈ ਨਸ਼ੇ ਨੂੰ ਖਤਮ ਕਰਨ ਦਾ ਹੋਇਆ। ਤੁਸੀਂ ਕਿਹਾ ਚਿੱਟਾ ਮਕਾਣਾ ਹੈ, ਭੁੱਕੀ ਮਕਾਣੀ ਹੈ, ਫੀਮ ਮਕਾਣੀ ਹੈ, ਜਿਹਦੇ ਕਰਕੇ ਸਿੱਖ ਯੂਥ ਜਿਹੜਾ ਹੈ ਉਹ ਮਰ ਰਿਹਾ, ਕਾਫੀ ਮੌਤਾਂ ਹੋ ਰਹੀਆਂ ਨੇ। ਤੇ ਤੁਸੀਂ ਸੰਸਥਾ ਬਣਾ ਕੇ ਅੱਗੇ ਆ ਜਾਓ, ਤੁਸੀਂ ਕਿਉਂ ਨਹੀਂ ਮਕਾਉਂਦੇ? DGPC ਜੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਉਹ ਕੰਮ ਕਰ ਰਹੀ, ਤੇ ਤੁਹਾਨੂੰ ਕੰਮ ਕਰਨ ਦੀ ਕੀ ਪਰੇਸ਼ਾਨੀ? ਆਪ ਆ ਜਾਓ ਫਿਰ। ਦੇਖੋ ਸੰਸਥਾਵਾਂ ਆਲਰੇਡੀ ਬਣੀਆਂ ਨੇ, ਪਰ ਉਹ ਗਲਤ ਕੰਮ, ਸਹੀ ਕੰਮ ਨਹੀਂ ਕਰ ਰਹੀਆਂ। ਜੇ ਉਹ ਸਹੀ ਕੰਮ ਕਰਨ ਤੇ ਨਸ਼ਾ ਖਤਮ ਹੋ ਜਾਏ। ਸੰਸਥਾ ਬਣੀਆਂ ਨੇ, ਦੇਖੀ ਲੋਕੀ, ਅਸੀਂ ਇਲੈਕਟਿਡ ਬੰਦੇ, ਇਲੈਕਟਿਡ ਪਾਰਟੀਆਂ ਚੁਣ ਰਹੀਆਂ, ਇਲੈਕਟਿਡ ਠੀਕ ਹੈ, ਉਹਨੂੰ ਕੰਮ ਠੀਕ ਨਹੀਂ ਕਰ ਰਹੀਆਂ, ਪਰ ਨਸ਼ੇ ਤੇ ਗੱਲਾਂ ਬੋਲ ਨਹੀਂ ਰਹੀਆਂ। ਕਾਰਨ ਕੀ ਹੈ? ਸੱਚ ਨਹੀਂ, ਕਿਉਂਕਿ ਹੋ ਸਕਦਾ ਕਿਤੇ ਆਪ ਨਾ ਕਰਦੇ ਹੋਣ ਤਾਂ ਸੱਚ ਨਾ ਬੋਲਦੇ ਹੋਣ, ਇਹ ਵੀ ਕਾਰਨ ਹੋ ਸਕਦਾ। ਮੈਂ ਕਿਸੇ ਦੇ ਇਲਜ਼ਾਮ ਨਹੀਂ ਲਾਉਂਦਾ ਕਿ ਕਿਹੜਾ ਕਮੇਟੀ ਦਾ ਕਿਹੜਾ ਮੈਂਬਰ ਨਸ਼ਾ ਕਰ ਰਿਹਾ। ਹੋ ਸਕਦਾ ਹੈ ਕੁਝ ਮੈਂਬਰ ਨਸ਼ੇ ਕਰਦੇ ਹੋਣ ਤੇ ਉਹਨਾਂ ਨੇ ਰਾਗੀ ਭਾਈਆਂ ਨੂੰ ਪਹਿਲੇ ਕਿਹਾ ਹੋਏ ਬਈ ਇਹ ਸ਼ਬਦ ਨਹੀਂ ਪੜ੍ਹਨਾ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਾਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਜਿਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਏ। ਹੋ ਸਕਦਾ ਹੈ ਇਹੋ ਜਿਹੇ ਸ਼ਬਦ ਪੜ੍ਹਨ ਤੇ ਇਹਨਾਂ ਕਮੇਟੀ ਦੇ ਮੈਂਬਰਾਂ ਨੇ ਬੈਲ ਲਾਏ ਹੋਏ ਕਿ ਜਿਹੜਾ ਰਾਗੀ ਸ਼ਬਦ ਪੜ੍ਹੇ ਉਹਨੂੰ ਕਿ ਨੌਕਰੀ ਤੋਂ ਕੱਢ ਦਾਂਗੇ ਜੇ ਨਸ਼ੇ ਦੇ ਖਿਲਾਫ ਬੋਲਿਆ। ਇਹ ਤੁਸੀਂ ਗੰਭੀਰ ਆਰੋਪ ਲਾ ਰਹੇ ਹੋ। ਆਰੋਪਾਂ ਦਾ ਜਿਹੜਾ ਤੁਹਾਨੂੰ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ, ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ। ਤੁਸੀਂ ਕਹਿ ਰਹੇ ਹੋ ਵੀ ਕਮੇਟੀਆਂ ਦੇ ਬੰਦੇ ਨਸ਼ੇ ਕਰਦੇ ਹੋ ਸਕਦੇ ਨੇ, ਕੱਲ ਉਹ ਵੀ ਕਹਿ ਸਕਦੇ ਹਰਜੀਤ ਸਿੰਘ 8x10 ਦੇ ਕਮਰੇ 'ਚ ਬਹਿ ਕੇ ਬਿਆਨ ਦਿੰਦਾ ਹੈ, ਗੱਲ ਕਰਦਾ ਹੈ, ਤੇ ਹੋ ਸਕਦਾ ਹਰਜੀਤ ਸਿੰਘ ਆਪ ਵੀ ਨਸ਼ੇ ਕਰਦਾ ਹੋਵੇ। ਦੇਖੋ ਮੈਂ ਕਿਸੇ ਦਾ ਨਾਂ ਨਹੀਂ ਲਿਆ, ਮੈਂ ਕਿਹਾ ਕੁਝ ਮੈਂਬਰ ਹੋ ਸਕਦੇ ਨੇ। ਜੇ ਮੈਂ ਨਾਂ ਲੈਂਦਾ ਫਿਰ ਮੈਂ ਅਗਲਾ ਤਾਂ ਫਿਰ ਅਗਲਾ ਮੇਰੇ ਤੇ ਮਾਨਹਾਨੀ ਦੇ ਕੇਸ ਕਰ ਸਕਦਾ। ਕਿਵੇਂ ਹੋ ਸਕਦੀ ਹੈ? ਕਿੱਦਾਂ ਕਿਵੇਂ ਹੋ ਸਕਦੀ ਹੈ? ਤੁਹਾਨੂੰ ਕਿਵੇਂ ਪਤਾ ਵੀ ਨਸ਼ੇ 'ਚ ਹੋ ਸਕਦੇ ਆ ਜਾਂ ਨਸ਼ਾ ਕਰਦੇ ਹੋਣ? ਕਾਰਨ ਕੀ ਹੈ ਕਿ ਗੁਰਦੁਆਰਿਆਂ ਵਿੱਚ ਇਹ ਸ਼ਬਦ ਨਹੀਂ ਪੜ੍ਹੇ ਜਾਂਦੇ, ਨਸ਼ੇ ਤੇ ਪ੍ਰਚਾਰ ਖੁੱਲ ਕੇ ਨਹੀਂ ਕੀਤਾ ਜਾ ਰਿਹਾ। ਕਿਉਂ ਨਹੀਂ ਕੀਤਾ ਜਾ ਰਿਹਾ? ਕੀ ਰੀਜ਼ਨ ਕੀ ਹੈ? ਸਟੇਜ ਤੇ ਕਿਉਂ ਨਹੀਂ ਬੋਲਿਆ ਜਾ ਰਿਹਾ ਕਿ ਨਸ਼ਾ ਕਰਨ ਵਾਲਾ ਸਿੱਖ ਨਹੀਂ? ਕਿਉਂ ਨਹੀਂ ਬੋਰਡ ਲਾਏ ਜਾ ਰਹੇ ਗੁਰਬਾਣੀ ਦੇ ਕਿ ਜਿਹੜਾ ਨਸ਼ਾ ਕਰਦਾ ਸਿੱਖ ਹੀ ਨਹੀਂ ਹੈ? ਸੱਚ ਲਿਖੋ ਬਈ, ਆਪੇ ਲੋਕ ਪੜ੍ਹਨਗੇ ਉੱਥੇ। ਮੰਨਦੇ ਹੋ ਗੁਰੂ ਘਰ ਜਾਣਾ ਚਾਹੀਦਾ ਜਾਂ ਗੁਰੂ ਘਰ ਮੱਥਾ ਟੇਕਣਾ ਚਾਹੀਦਾ? ਮੰਨਦੇ ਹੋ? ਵੇਖੋ ਮੱਥਾ ਟੇਕਣ ਨਾਲ ਗੱਲ ਨਹੀਂ ਬਣਨੀ, ਗੁਰੂ ਘਰ ਜਾਣਾ ਚਾਹੀਦਾ ਕਿ ਨਹੀਂ? ਜਾਣਾ ਚਾਹੀਦਾ, ਮੱਤ ਲੈਣੀ ਚਾਹੀਦੀ ਹੈ। ਮੱਥੇ ਟੇਕਣ ਕੀ ਮੱਥਾ ਲੋਕੇ ਪੱਥਰ ਨੂੰ ਟੇਕਣ ਦੇ ਨੇ। ਗੁਰੂ ਘਰ ਜਾਣਾ ਚਾਹੀਦਾ ਨਹੀਂ? ਜਾਣਾ ਚਾਹੀਦਾ ਹੈ, ਪਰ ਮੱਥੇ ਟੇਕਣ ਨਹੀਂ ਜਾਣਾ ਚਾਹੀਦਾ। ਗੁਰੂ ਘਰ ਜਾਣਾ ਚਾਹੀਦਾ? ਜਾਣਾ ਚਾਹੀਦਾ ਹੈ। ਤੁਸੀਂ ਆਪਣੇ ਇੱਕ ਲਾਈਵ 'ਚ ਕਿਹਾ ਮੈਂ ਗੁਰਦੁਆਰੇ ਨਹੀਂ ਜਾਂਦਾ, ਮੈਂ ਮਸੀਤੀ ਨਹੀਂ ਜਾਂਦਾ, ਮੈਂ ਮੰਦਰ ਨਹੀਂ ਜਾਂਦਾ, ਰੱਬ ਮੇਰੇ ਅੰਦਰ ਹੈ, ਰੱਬ ਸਾਡੇ ਅੰਦਰ, ਅਸੀਂ ਨਹੀਂ ਜਾਣਾ ਚਾਹੀਦਾ। ਹੈ ਤੁਸੀਂ ਉਹ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਲਿਖਿਆ ਹੈ। ਮੈਂ ਉਹ ਮੈਂ ਡਿਸਕ੍ਰਾਈਬ ਕਰ ਰਿਹਾ, ਮੈਂ ਆਪਣੇ ਕੋਲੋਂ ਨਹੀਂ ਇੱਕ ਗੱਲ ਵੀ ਨਹੀਂ ਕਹਿ ਰਿਹਾ। ਗੁਰੂ ਮਹਾਰਾਜ ਆਪੇ ਕਹਿੰਦੇ ਨੇ ਕਿ ਸਭ ਕਿਛ ਘਟ ਮੈਂ ਬਾਹਰ ਨਾ ਹੀ ਬਾਹਰ ਟੋਲੇ ਸੋ ਭਰਮ ਭੁਲਾਈ। ਰੱਬ ਕਿਤੇ ਗੁਰਦੁਆਰਿਆਂ ਮੰਦਰਾਂ ਮਸਜਿਦਾਂ 'ਚ ਨਹੀਂ ਬੈਠਾ। ਇਹ ਤੇ ਹੁਣ ਇੱਕ ਪੁਜਾਰੀਵਾਦ ਨਹੀਂ ਕੀਤਾ ਕਿ ਸੁਣਿਓ ਮੇਰੀ ਗੱਲ, ਇਹਨੂੰ ਬਿਜ਼ਨਸ ਬਣਾ ਲਿਆ, ਧੰਦਾ ਬਣਾ ਲਿਆ ਬਾਣੀ ਨੂੰ। ਗੁਰਦੁਆਰੇ ਧੰਦਾ ਬਣ ਗਏ ਨੇ, ਉੱਥੇ ਜਿੱਥੇ ਪੈਸੇ ਆ ਗਏ ਗੋਲਕਾਂ ਆ ਗਈਆਂ, ਪ੍ਰਧਾਨ ਸੈਕਟਰੀ ਬਣ ਕੇ ਲੜਾਈਆਂ ਲੱਗੀਆਂ। ਹਰ ਗੁਰਦੁਆਰੇ ਕੋਈ ਨਾ ਕੋਈ ਪੰਗਾ ਪਿਆ ਹੁੰਦਾ। ਇਸ ਕਰਕੇ ਮੰਦਰਾਂ ਮਸਜਿਦਾਂ ਦੇ ਵਿੱਚ ਉਹ ਗਿਆਨ ਨਹੀਂ ਮਿਲਣਾ। ਬੰਦਾ ਘਰ ਬਹਿ ਕੇ ਅੱਜ ਕੱਲ ਆਈ ਗ੍ਰੰਥ ਆ ਗਿਆ, ਮੋਬਾਈਲ ਖੋਲ੍ਹੋ, ਵੇਖੋ ਮੈਂ ਟੈਬ ਰੱਖੀ, ਇੱਕ ਐਪ ਖੋਲੋ, ਪੂਰਾ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਾਂਦਾ। ਉੱਥੋਂ ਗਿਆਨ ਗੁਰਦੁਆਰੇ ਕੁਝ ਨਹੀਂ ਮਿਲਣਾ, ਕੋਈ ਗਿਆਨ ਨਹੀਂ ਮਿਲਣਾ। ਕਿਉਂ? ਉੱਥੇ ਉਹੀ ਰਾਗੀਆਂ ਨੇ ਸ਼ਬਦ ਪੜ੍ਹਨੇ ਨੇ, ਪੜ੍ਹਨੇ, ਕੋਈ ਵਿਆਖਿਆ ਨਹੀਂ ਕਰਨੀ, ਸੱਚ ਨਹੀਂ ਸੁਣਾਉਣਾ। ਸੱਚ ਨਹੀਂ ਸੁਣਾਉਣਗੇ ਤੇ ਪੱਲੇ ਮੱਤ ਕਿੱਦਾਂ ਪਏਗੀ? ਬੱਚੇ ਕਲਾਸ ਵਿੱਚ ਜਾਂਦੇ, ਟੀਚਰ ਨੂੰ ਮੱਥਾ ਟੇਕ ਕੇ ਘਰ ਆ ਜਾਣ, ਪਾਸ ਹੋ ਸਕਦੇ ਨੇ, ਬੱਚਾ ਫੇਲ ਹੋ ਜਾਏਗਾ। ਬੱਚਾ ਉੱਥੇ ਬੈਠੇਗਾ, ਗੱਲਬਾਤ ਸੁਣੇਗਾ, ਗੁਰੂ ਦਾ ਗਿਆਨ ਸੁਣੇਗਾ, ਘਰ ਆ ਕੇ ਵਿਚਾਰੇਗਾ, ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਏਗਾ। ਮੱਥੇ ਟੇਕਣ ਵਾਲੇ ਸਾਰੇ ਫੇਲ ਹੋ ਜਾਣਗੇ।
ਇੱਕ ਗੱਲ ਹੋਰ ਕੀ ਜਾਂਦੀ ਹੈ ਵੀ ਹਰਜੀਤ ਸਿੰਘ ਸਾਲ ਡੇਢ ਸਾਲ ਚੁੱਪ ਰਹਿੰਦਾ ਹੈ। ਜਿਵੇਂ ਨਵਾਂ ਸਾਲ ਸ਼ੁਰੂ ਹੁੰਦਾ ਕੋਈ ਨਾ ਕੋਈ ਆ ਕੇ ਪੁਆੜਾ ਪਾ ਦਿੰਦਾ, ਕੋਈ ਨਾ ਕੋਈ ਇਹੋ ਜਿਹਾ ਬਿਆਨ ਦੇ ਦਿੰਦਾ ਜਿਹਦੇ ਕਰਕੇ ਸਿਆਪਾ ਸ਼ੁਰੂ ਹੋ ਜਾਂਦਾ। ਗੱਲ ਇਹ ਜਿਹੜਾ ਮੈਂ ਬਿਆਨ ਦੇ ਰਿਹਾ ਆਪਣੇ ਕੋਲੋਂ ਨਹੀਂ ਦੇ ਰਿਹਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਨੰਬਰ ਆ ਦੇਖੋ 554 ਦੇ ਉੱਤੇ ਲਿਖਿਆ ਹੈ ਕਿ ਗੁਰੂ ਦੇ ਸਿੱਖ ਨੇ, ਨਾਨਕ ਦੇ ਸਿੱਖ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਉਹਨੇ ਨਸ਼ਾ ਨਹੀਂ ਕਰਨਾ। ਆਪਣੇ ਕੋਲ ਮੈਂ ਥੋੜਾ ਕਹਿ ਰਿਹਾ, ਮੈਂ ਕਿਸੇ ਇਲਜ਼ਾਮ, ਗੁਰੂ ਕਹਿ ਰਿਹਾ ਕਿ ਸਿੱਖ ਨੇ ਨਸ਼ਾ ਨਹੀਂ, ਹੁਣ ਸਿੱਖ ਨਸ਼ਾ ਕਰ ਰਿਹਾ, ਇਹਦਾ ਮਤਲਬ ਗੁਰੂ ਨਹੀਂ ਮੰਨ ਰਿਹਾ, ਗੁਰੂ ਗ੍ਰੰਥ ਸਾਹਿਬ ਨੂੰ ਘਰ ਲੈ ਕੇ ਆ ਰਿਹਾ, ਮੱਥੇ ਟੇਕੀ ਜਾ ਰਿਹਾ, ਗੱਲ ਕੋਈ ਨਹੀਂ ਮੰਨਦਾ। ਸਾਡੇ 2 ਬੱਚੇ, ਇੱਕ ਬੱਚਾ ਗੱਲ ਮੰਨਦਾ ਠੀਕ ਹੈ, ਤੇ ਇੱਕ ਬੱਚਾ ਗੱਲ ਨਹੀਂ ਮੰਨਦਾ, ਇੱਕ ਪੈਰ ਫੜੀ ਜਾਂਦਾ, ਤੇ ਜਿਹੜਾ ਗੱਲ ਮੰਨਦਾ ਮਾਂ ਪਿਓ ਨੂੰ ਉਹੀ ਚੰਗਾ ਲੱਗੇਗਾ, ਪੈਰ ਫੜਨ ਵਾਲਾ ਥੋੜਾ। ਇਸ ਕਰਕੇ ਗੁਰੂ ਨੂੰ ਉਹ ਚੰਗਾ ਲੱਗੇਗਾ ਜਿਹੜਾ ਗੱਲ ਮੰਨਦਾ, ਗੁਰਦੁਆਰੇ ਭਾਵੇਂ ਨਾ ਜਾਏ, ਗੁਰਦੁਆਰੇ ਭਾਵੇਂ ਨਾ ਜਾਏ, ਜੇ ਗੱਲ ਮੰਨ ਰਿਹਾ ਪ੍ਰੈਕਟੀਕਲੀ ਉਹਦੀ ਲਾਈਫ ਠੀਕ ਹੈ, ਗੁਰੂ ਦੀ ਨਿਗਾਹ 'ਚ ਉਹ ਬੰਦਾ ਸਹੀ ਹੈ, ਗੁਰਦੁਆਰੇ ਜਾਣ ਵਾਲਾ ਬੰਦਾ ਸਹੀ ਨਹੀਂ। ਮੈਂ ਇੱਕ ਗੱਲ ਹੋਰ ਕਹਿਣਾ ਹੈ ਵੀ ਤੁਸੀਂ ਕਹਿ ਰਹੇ ਹੋ ਕਿ ਪੈਰ ਫੜਨ ਵਾਲਾ ਜਾਂ ਗੱਲ ਮੰਨਣ ਵਾਲਾ ਦੋਨਾਂ 'ਚ ਤੁਸੀਂ ਅੰਤਰ ਕੀਤਾ। ਮੇਰਾ ਇਹ ਮੰਨਣਾ ਹੈ ਕਿ ਡਿਸਟ੍ਰਿਕਟ ਕਮੇਟੀਆਂ ਜਿਹੜੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹ ਵੱਡੇ ਤੋਂ ਵੱਡੇ ਸਮਾਗਮ ਕਰਾ ਰਹੀਆਂ ਨੇ, ਉਹ ਪ੍ਰਚਾਰ ਵੀ ਕਰ ਰਹੀਆਂ ਨੇ, ਪ੍ਰਚਾਰਕਾਂ ਨੂੰ ਵੀ ਸੱਦ ਰਹੀਆਂ ਨੇ, ਤਾਂ ਕੰਮ ਤਾਂ ਉਹ ਵੀ ਕਰ ਰਹੇ ਆ। ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਨਸ਼ਾ ਨਹੀਂ ਰੋਕ ਰਿਹਾ? ਨਾਲੇ ਨਸ਼ਾ ਕਿਹੜਾ ਅੱਜ ਹੀ 1 ਸਾਲ 'ਚ ਜਾਂ 6 ਮਹੀਨੇ 'ਚ ਜਾਂ 2 ਮਹੀਨੇ 'ਚ ਵਧਿਆ, ਨਸ਼ਾ ਤਾਂ ਕਈ ਸਾਲਾਂ ਤੋਂ ਚੱਲ ਰਿਹਾ। ਉਹ ਉਸਨੇ ਕਿਉਂ ਗੱਲ ਨਹੀਂ ਤੁਸੀਂ ਕਰਦੇ, ਅੱਜ ਗੱਲ ਕਰਦੇ ਹੋ? ਕਾਰਨ ਕੀ ਹੈ? ਕਿਸੇ ਦੂਜੀ ਕਮੇਟੀ ਨਾਲ ਹੱਥ ਤਾਂ ਨਹੀਂ ਰਲਿਆ ਹੋਇਆ ਤੁਹਾਡਾ, ਕਿਸੇ ਹੋਰ ਨਾਲ ਪਿਆਰ ਸਾਂਝ ਤੇ ਨਹੀਂ ਹੈਗੀ ਜੇ ਕਿਸੇ ਤੇ ਕਹਿਣ ਤੇ ਤੁਸੀਂ ਕਰ ਦਿੰਦੇ ਹੋ, ਹੈ ਨਾ? ਜਾਂ ਫਿਰ ਕਈ ਇਹ ਕਹਿੰਦੇ ਹਰਜੀਤ ਸਿੰਘ ਜਿਹੜਾ ਏਜੰਸੀਆਂ ਦਾ ਬੰਦਾ, ਉਹ ਜਾਣਬੁੱਝ ਕੇ ਇਹੋ ਜਿਹੀਆਂ ਚੀਜ਼ਾਂ ਕਰਦਾ। ਕੋਈ ਨਹੀਂ, ਮੈਂ ਉਹ ਦੇਖੋ, ਹੁਣ ਮੈਂ ਸੱਚ ਬੋਲ ਰਿਹਾ ਤੇ ਕਹਿ ਰਿਹਾ ਏਜੰਸੀ ਦਾ ਬੰਦਾ। ਤੁਸੀਂ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਦੋਂ ਦੀ ਹੋਂਦ ਹੈ, ਤੇ ਉਹਦੇ ਮੈਂਬਰ ਵੇਖ ਲਓ, ਸੱਚ ਕਿਉਂ ਨਹੀਂ ਬੋਲਦੇ? ਉਹਨਾਂ ਦਾ ਕਿਹਦਾ ਕੰਟਰੋਲ ਹੈ? ਨਾਨਕ ਸ਼ਾਹੀ ਕੈਲੰਡਰ ਕਿਉਂ ਨਹੀਂ ਲਾਗੂ ਹੋ ਰਿਹਾ? ਇਹਦਾ ਮਤਲਬ ਹੈ ਕਿ ਉਹ ਵੀ ਕਿਸੇ ਦੇ ਗੁਲਾਮ ਨੇ, ਉੱਥੇ ਸੱਚ ਨਹੀਂ ਜੇ ਸੱਚ ਬੋਲਿਆ ਜਾਏ, ਸੱਚਾ ਪ੍ਰਚਾਰ ਕੀਤਾ ਜਾਏ, ਤੇ ਸਾਡੇ ਇਸ ਧਰਮ ਦੇ ਵਿੱਚ ਇੰਨੀ ਗੁਰਬਾਣੀ 'ਚ ਇੰਨੀ ਪਾਵਰ ਹੈ, ਸਿੱਖੀ ਦਾ ਕੀ ਪੂਰੀ ਦੁਨੀਆ ਦਾ ਨਸ਼ਾ ਖਤਮ ਹੋ ਸਕਦਾ, ਪਰ ਕੀਤਾ ਨਹੀਂ ਜਾ ਰਿਹਾ। ਪ੍ਰਚਾਰ ਦਾ ਘਾਟਾ ਹੁਣ ਅਸੀਂ ਸ਼ੁਰੂ ਕੀਤਾ ਹੈ, ਹੁਣ ਨਸ਼ੇ ਦੇ ਉੱਤੇ ਅਸੀਂ ਇੱਕ ਹਮਲਾ ਬੋਲਿਆ, ਹੁਣ ਵੇਖਦੇ ਹਾਂ ਸਾਡਾ ਸਾਥ ਕਿਹੜਾ ਦਿੰਦਾ ਤੇ ਕਿਹੜੀ ਸੰਸਥਾ ਕਹਿੰਦੀ ਹੈ ਵੀ ਕੰਮ ਠੀਕ ਹੋ ਰਿਹਾ। ਕਿਤੇ ਐਵੇਂ ਨਾ ਕਹੇ ਜੇ ਏਜੰਸੀਆਂ ਦਾ ਬੰਦਾ। ਤੁਸੀਂ ਏਜੰਸੀ ਦੀ ਗੱਲ ਕੀਤੀ ਹੈ, ਪਿਛਲੇ ਸਾਲ ਲੋਕਾਂ ਨੇ ਕੀ ਇਲਜ਼ਾਮ ਲਾਇਆ ਸੀ? ਹਰਜੀਤ ਸਿੰਘ RSS ਦਾ ਬੰਦਾ ਲਾਇਆ ਸੀ ਇਲਜ਼ਾਮ। ਤੁਸੀਂ ਮੰਨਿਆ ਵੀ ਤੇ ਹੈ ਸੀ। ਮੈਂ ਦੱਸਿਆ, ਮੈਂ RSS ਚੀਜ਼ ਕੀ ਹੈ, ਵਾਟ ਇਜ਼ RSS? RSS ਕੀ ਹੈ? ਰਾਸ਼ਟਰੀ ਸਵੈ ਸੇਵਕ ਸੰਸਥਾ ਹੈ ਨਾ, ਕੋਈ ਭੂਤ ਪ੍ਰੇਤ ਨਹੀਂ ਹੈ। ਦੇਖੋ ਨਹੀਂ ਨਾ, ਜੇ ਉਹ ਸੰਸਥਾ ਹਿੰਦੂ ਧਰਮ ਵਾਸਤੇ ਕੰਮ ਕਰ ਸਕਦੀ ਹੈ, ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਵਾਸਤੇ ਕੰਮ ਕਿਉਂ ਨਹੀਂ ਕਰ? ਉਹ ਆਪਣਾ ਕੰਮ ਕਰ ਰਹੀ ਹੈ, ਅਸੀਂ ਆਪਣਾ ਕੰਮ ਕਰ। ਤੁਸੀਂ ਉੱਥੇ ਕੀ ਕਰਨ ਗਏ ਸੀ? ਤੁਸੀਂ ਕਿਹਾ ਸੀ ਮੈਂ ਜੁਆਇਨ ਕੀਤੀ 1 ਸਾਲ ਲਾ ਕੇ, ਕੀ ਕੀਤਾ ਸੀ? ਉਹ ਵੀ ਮੈਂ ਗੱਲ ਕਰਦਾ। ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ, ਆ ਸਾਡੇ ਗਾੜੀ ਦਾ ਠੇਕਾ ਹੈ, ਜਦੋਂ ਇਹ ਲਾਕਡਾਊਨ ਲੱਗਾ ਨਾ, ਤੇ ਪੱਗਾਂ ਵਾਲੇ ਲਾਈਨ ਰਾਣੀ ਬਾਗ ਤੱਕ ਆ ਗਈ। ਮੈਂ ਵੀਡੀਓ ਬਣਾਈ, ਮੈਂ ਕਿਹਾ ਗੱਲ ਕੀ, ਬੜੇ ਪੱਗਾਂ ਵਾਲੇ ਲਾਈਨ 'ਚ ਲੱਗੇ ਠੇਕੇ ਦੇ ਬਾਹਰ, ਕਿ RSS ਨੇ ਕਿਹਾ ਸੀ ਠੇਕੇ ਸ਼ਰਾਬ ਪੀਓ, ਕਿ RSS ਕਹਿੰਦੀ ਭੁੱਕੀ ਮੂੰਹ 'ਚ ਪਾਓ, ਕਿ RSS ਦਾੜੀਆਂ ਵੱਡੀਆਂ, RSS ਕਹਿੰਦੀ ਕੈਂਚੀ ਨੇ ਕੱਟੋ। ਕਿਸੇ ਨੇ ਕਿਹਾ ਭਾਈ, ਕਿਸੇ ਨੇ ਉਹ ਕੈਂਚੀ RSS ਵਾਲਾ ਥੋੜਾ ਚਲਾ ਰਿਹਾ, ਉਹ ਤੇ ਆਪਾਂ ਚਲਾ ਰਹੇ ਹਾਂ। ਕਿਸੇ RSS ਵਾਲਾ ਨਹੀਂ ਕਹਿੰਦਾ ਵੀ ਕੈਂਚੀ ਕੱਟੋ। ਡਿਸਟ੍ਰਿਕਟ ਕਮੇਟੀ ਦਾ ਇਸ ਕਰਕੇ ਵਿਰੋਧ ਨਹੀਂ ਕਰਦੇ ਵੀ RSS ਦਾ ਪ੍ਰਚਾਰ ਕਰਨਾ ਹੈ? ਤੁਸੀਂ RSS ਦੇ ਪ੍ਰਚਾਰ ਦੀ ਗੱਲ ਕਰਦੇ ਤਾਂ ਹੀ ਤੁਸੀਂ ਕੁਐਸਚਨ ਦੁਬਾਰਾ ਰਿਪੀਟ ਕਰੋ। ਤੁਸੀਂ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਵਿਰੋਧਤਾ ਇਸ ਕਰਕੇ ਤੇ ਨਹੀਂ ਕਰਦੇ ਕਿ RSS ਦਾ ਕੰਮ ਕਰ ਰਹੇ ਹੋ? ਕਿਉਂਕਿ ਤੁਸੀਂ ਆਪ ਮੰਨਿਆ ਸੀ ਪਿਛਲੇ ਸਾਲ ਬਈ ਮੈਂ RSS ਦੀਆਂ ਕਲਾਸਾਂ ਲਾਈਆਂ ਨੇ, ਮੈਂ ਗਿਆ ਸੀ, ਬੜਾ ਵਧੀਆ ਠੀਕ ਸਿਸਟਮ ਹੈ। ਫਿਰ ਮੰਨ ਲਈਏ ਫਿਰ ਹਰਜੀਤ ਸਿੰਘ ਜਿਹੜੇ ਨੇ ਉਹ RSS ਦੇ ਬੰਦੇ ਨੇ। ਇੱਥੇ ਜਿਹੜੇ ਡਿਪਟੀ ਚੀਫ ਮਿਨਿਸਟਰ ਕਵਿੰਦਰ ਗੁਪਤਾ, ਮੇਰੀ ਉਹਨਾਂ ਨਾਲ ਪੁਰਾਣੀ ਬੜੀ ਬਣਦੀ, ਮੈਂ ਉਹਨਾਂ ਨੂੰ ਬੁਲਾ ਲਿਆ ਬਾਹਰ, ਆਓ ਜੀ ਰੀਬਨ ਕੱਟੋ। ਉਹ ਡਗਿਆਣੇ ਆਸ਼ਰਮ ਮਹੰਤ ਸਾਹਿਬ ਜੀ ਨਹੀਂ ਆਏ। ਉਹ ਮੇਰੀ ਗੱਲ ਸੁਣ, ਮੇਰੇ ਕੋਲ ਵਾਲਾ, ਹਾਂ ਮੈਂ ਦੁਬਾਰਾ ਚਲਾ ਲਿਓ, ਮੈਂ ਦੱਸਾਂ ਮੀਟਰ ਪਿਆ। ਉਹ ਪੂਰੀ ਅਮਿਤ ਸ਼ਾਹ ਜੀ ਡਗਿਆਣੇ ਆਸ਼ਰਮ ਪਹੁੰਚ ਗਏ, ਉੱਥੇ ਇਲਜ਼ਾਮ ਨਹੀਂ ਲਾਇਆ ਮਹੰਤ ਸਾਹਿਬ ਜੀ RSS ਦੇ ਬੰਦੇ ਨੇ। ਉਹਦੇ ਮਤਲਬ ਕਿ ਇਹ ਡੇਰੇ 'ਚ ਕੋਈ ਵੀ ਆ ਜਾ ਸਕਦਾ, ਪਰ ਤੁਸੀਂ RSS ਦੇ ਗੁਰਦੁਆਰਾ ਤੁਸੀਂ RSS ਦੇ ਸੰਗਠਨਾਂ 'ਚ ਜਾਓ, ਤੁਸੀਂ ਨਾਗਪੁਰ ਜਾ ਕੇ ਆਓ, ਤੇ ਤੁਹਾਡੇ ਤੇ ਇਲਜ਼ਾਮ ਨਾ ਲੱਗੇ ਡੇਰੇ ਤੇ ਤੁਸੀਂ। ਮੈਂ ਨਾਗਪੁਰ ਦੀ ਗੱਲ ਕਰ ਨਾ, ਮੈਂ ਨਾਗਪੁਰ ਗਿਆ, ਤੁਸੀਂ ਇੰਟਰਵਿਊ ਕੱਢ ਕੇ ਦੱਸੋ ਨਾਗਪੁਰ ਦੀ ਗੱਲ ਤੁਸੀਂ ਆਪਣੇ ਕੋਲ ਨਾ ਲਾਈ ਜਾਓ। ਮੈਂ ਕਿਹਾ ਸੀ ਇਲਜ਼ਾਮ ਲਾ ਦਿਆਂ, ਮੈਂ ਤੁਹਾਡੇ ਤੁਸੀਂ ਨਾਗਪੁਰ ਗਏ ਵਿਦਆਊਟ ਪ੍ਰੂਫ, ਕਿਉਂਕਿ ਇੱਥੇ ਸਾਰੇ ਬੰਦੇ ਕਵਿੰਦਰ ਗੁਪਤੇ ਕੋਲ ਜਾਂਦੇ ਨੇ, ਉੱਥੇ ਤੱਕ ਤੁਸੀਂ ਵੀ ਤਾਂ ਡੇਰੇ ਤੇ ਇਲਜ਼ਾਮ ਲਾ ਰਹੇ। ਨਹੀਂ ਦੇਖੋ, ਸਾਡੀ ਇੰਨੀ ਰੇਂਜ ਹੈ ਸਿਰਫ ਕਵਿੰਦਰ ਗੁਪਤੇ, ਕਿਉਂਕਿ ਸਾਡੇ ਇਲਾਕੇ ਦੇ MLA ਨੇ, ਅਸੀਂ ਕੰਮ ਕਰਵਾਣੇ ਆਪਣੇ। ਉਹ ਡਗਿਆਣੇ ਆਸ਼ਰਮ ਪੂਰੇ BJP ਵੜਦੀ ਜਾ ਕੇ
ਪੂਰੇ ਰਾਸ਼ਟਰੀ ਸੇਵਕ ਸੰਘ ਦਾ ਜਿਹੜਾ ਹੈੱਡ ਹੈ ਉਹ ਡਗਿਆਣੇ ਆਸ਼ਰਮ ਕੁਰਸੀਆਂ ਲਾ ਕੇ ਬੈਠਾ, ਉੱਥੇ ਕੋਈ ਹਮਲਾ ਨਹੀਂ। ਆ ਮੇਰੀ ਦੁਕਾਨ ਦੇ ਰਿਬਨ ਕੱਟਣ ਕਵਿੰਦਰ ਗੁਪਤਾ ਆ ਗਿਆ ਉੱਥੇ, ਉਹ ਜੀ ਕਿੱਦਾਂ ਆ ਗਿਆ? ਆਰਐਸਐਸ ਇਹ ਦੇਖੋ, ਇਹ ਸਾਡੀ ਇਹ ਘਾਟ ਹੈ। ਅਸੀਂ ਮੰਨ ਲਈਏ ਫਿਰ ਤੁਸੀਂ ਆਰਐਸਐਸ ਦੇ ਨਹੀਂ ਹੈਗੇ। ਨਹੀਂ ਦੇਖੋ, ਅਸੀਂ ਗੁਰੂ ਦੇ ਬੰਦੇ ਆ, ਬਿਲਕੁਲ ਨਹੀਂ ਹੈਗੇ। ਅਸੀਂ ਗੁਰੂ ਦੇ ਸਿੱਖ ਹਾਂ, ਸੱਚਾ ਪ੍ਰਚਾਰ ਕਰ ਰਹੇ ਹਾਂ। ਆਰਐਸਐਸ ਸਿਰਫ ਸਾਨੂੰ ਇੱਕ ਮਾੜਾ ਜਿਹਾ ਪੁਆਇੰਟ ਚਾਹੇ ਕਿਸੇ ਇਲਜ਼ਾਮ ਲਾਉਣ, ਆਪਣੀਆਂ ਕਮੀਆਂ ਛਪਾਉਣੀਆਂ, ਦੂਜੇ ਨੂੰ ਆਰਐਸਐਸ ਦਾ ਕਹਿ ਦੇਣਾ, ਆਪੇ ਕੁਝ ਨਹੀਂ ਕਰਨਾ। ਜਦੋਂ ਕੋਈ ਦੂਜਾ ਬੰਦਾ ਕੰਮ ਕਰਦਾ ਹੋਏ ਉਹਨੇ ਕਹਿਣਾ ਆਰਐਸ, ਕਿਉਂਕਿ ਦੂਜੇ ਦੀ ਚੌਧਰ ਜਿਹੜੀ ਹੈ ਉਹ ਥੱਲੇ ਵੱਜਦੀ ਜਾ ਕੇ ਕਹਿੰਦਾ ਆਰਐਸ ਥੋੜਾ ਕਹਿੰਦੇ ਭੁੱਕੀ ਖਾਓ। ਆਰਐਸ ਤਾਂ ਇਹ ਗੱਲ ਤਾਂ ਤੁਹਾਡੇ ਦੀ ਵੀ ਢੁਕਦੀ ਹੈ ਭਈ ਅੱਜ ਜੇ ਡੀਜੀਪੀਸੀ ਕਮੇਟੀ ਦੇ ਪ੍ਰਧਾਨ ਦੂਜੇ ਬਣ ਗਏ ਨੇ ਤੇ ਤੁਹਾਨੂੰ ਚੁੱਭਦੀ ਪਈ ਇਹ ਗੱਲ ਫਿਰ? ਨਹੀਂ ਮੈਨੂੰ ਨਹੀਂ ਚੁੱਭਦੀ। ਅਸੀਂ ਸੇਵਾਦਾਰ ਆ। ਮੈਂ ਕਦੇ ਇਲੈਕਸ਼ਨ ਖੜੇ ਨਹੀਂ। ਮੈਨੂੰ ਬੜੇ ਬੰਦੇ ਨੇ ਕਿਹਾ, ਬੜੇ ਬੰਦੇ ਮੇਰੇ ਕੋਲ ਆਏ, ਤੁਸੀਂ ਖਲੋ ਜਾਓ। ਮੈਂ ਬਾਈ ਅਸੀਂ ਸੇਵਾ ਕਰਨੀ ਹੈ, ਅਸੀਂ ਬਿਨਾਂ ਲੜਾਈ ਪ੍ਰਧਾਨ ਸੈਕਟਰੀ ਆ, ਅਸੀਂ ਗੁਰੂ ਦੇ ਸੇਵਾਦਾਰ ਆ, ਸੇਵਾਦਾਰ ਹੀ ਰਹਿਣਾ। ਸਾਨੂੰ ਕੋਈ ਪੋਸਟ ਨਹੀਂ ਚਾਹੀਦੀ, ਨਾ ਪ੍ਰਧਾਨ ਨਾ ਸੈਕਟਰੀ, ਕੁਝ ਨਹੀਂ ਚਾਹੀਦਾ। ਅਸੀਂ ਸੇਵਾ ਕਰਨੀ ਘਰ ਬੈਠੇ ਕਰ ਰਹੇ ਹਾਂ, ਸਾਨੂੰ ਪੋਸਟ ਨਹੀਂ ਚਾਹੀਦੀ। ਬਗੈਰ ਪ੍ਰਧਾਨ ਸੈਕਟਰੀ ਬਣੇ ਵੀ ਸੇਵਾ ਹੋ ਸਕਦੀ ਹੈ, ਜੋ ਕਿ ਨੌਜਵਾਨਾਂ ਨੂੰ ਕਰਨੀ ਚਾਹੀਦੀ ਹੈ। ਜੇ ਨੌਜਵਾਨ ਅਵੇਅਰ ਹੋ ਜਾਣ ਨਾ ਤੇ ਸੇਵਾ ਕਰ ਸਕਦੇ, ਸੇਵਾ ਕੋਈ ਵੀ ਕਰ ਸਕਦਾ। ਇਹ ਤੇ ਐਸੇ ਸਿਰਫ ਪੈਸੇ ਨੂੰ ਕੰਟਰੋਲ ਕਰਨ ਵਾਸਤੇ ਚੌਧਰ ਦੀ ਭੁੱਖ, ਮੈਂ ਸੈਕਟਰੀ, ਮੈਂ ਪ੍ਰਧਾਨ, ਮੈਂ ਚੇਅਰਮੈਨ, ਇਹ ਚੌਧਰ ਹੈ। ਮੈਨੂੰ ਕਿਉਂ ਗੱਡੀਆਂ ਤੇ ਲਿਖਾ ਦੇ ਪਿੱਛੇ ਡੀਜੀਪੀਸੀ ਸੈਕਟਰੀ, ਕਿਉਂ? ਉਹ ਯਾਰ ਸੇਵਾਦਾਰ ਹੋ, ਆਹ ਸੈਕਟਰੀ ਪ੍ਰਧਾਨ, ਇਹ ਨਾਂ ਹੀ ਖਤਮ ਕਰ ਦੇਣੇ ਚਾਹੀਦੇ, ਉਹਨਾਂ ਦਾ ਨਾਂ ਪੈਣਾ ਚਾਹੀਦਾ ਸੇਵਾਦਾਰ, ਗੁਰੂ ਦੇ ਸੇਵਾਦਾਰ। ਜੇ ਕੋਈ ਸੰਗਤ ਦਾ ਬੰਦਾ ਕੋਈ ਸੁਝਾਅ ਦੇਵੇ ਤੇ ਐਕਸੈਪਟ ਕਰ ਲੈ। ਜੇ ਤੁਹਾਡੇ ਵਿੱਚ ਕਮੀ ਹੈ, ਕੋਈ ਡੀਜੀਪੀਸੀ ਦਾ ਬੰਦਾ ਦਾੜੀ ਰੰਗਦਾ, ਸ਼ਰਾਬ ਪੀਂਦਾ, ਜੇ ਕਮੀ ਹੈ ਠੀਕ ਕਰੋ ਬਈ। ਜੇ ਸ਼ਰਾਬ ਨਹੀਂ ਛੱਡੀ ਜਾ ਰਹੀ ਕਿਸੇ ਮੈਂਬਰ ਕੋਲੋਂ, ਤੂੰ ਘਰ ਬਹਿ ਜਾ, ਤੂੰ ਪ੍ਰੈਕਟਿਸ ਕਰ, ਛੱਡਣ ਦੀ ਪ੍ਰੈਕਟਿਸ ਕਰ। ਜਦੋਂ ਛੱਡੇਗਾ ਦੁਬਾਰਾ ਅੰਮ੍ਰਿਤ ਛਕ ਕੇ ਦੁਬਾਰਾ ਸ਼ਾਮਲ ਹੋ ਜਾ। ਬਈ ਥੋੜਾ ਸਟਰੋਂਗ ਡਿਸੀਜਨ ਲੈਣੇ ਪੈਣੇ, ਪਹਿਲੇ ਕਮੇਟੀਆਂ ਚੈੱਕ ਕਰਨੀਆਂ ਪੈਣੀਆਂ, ਅਲੱਗ ਦੀਆਂ। ਕਹਿ ਰਹੇ ਹੋ ਵੀ ਸ਼ਰਾਬ ਛੱਡੋ, ਦਾੜੀ ਰੰਗੋ, ਨਹੀਂ ਗੋਲਮੋਲ ਗੱਲ ਕਰਦੇ ਹੋ, ਸਿੱਖ ਕੌਮ ਤੇ ਇਲਜ਼ਾਮ ਲੱਗਦੇ ਨੇ, ਨਾਂ ਲੈ ਕੇ ਦੱਸਿਆ ਕਰੋ ਕੋਈ ਬੰਦਾ ਹੈ। ਨਾਂ ਨਹੀਂ ਲੈਣਾ, ਬਹੁਤ ਬੰਦੇ ਨੇ। ਤੁਸੀਂ ਠੇਕਿਆਂ ਦੇ ਬਾਹਰ ਚੱਲ ਜਾਓ, ਮੈਂ ਕਹਾਂ ਉਹ ਫਲਾਣਾ ਬੰਦਾ ਠੇਕੇ ਤੇ ਸ਼ਰਾਬ ਲਿਆ ਰਿਹਾ, ਕਿਸੇ ਦਾ ਨਾਂ ਲਾਂਗਾ ਉਹ ਘਰ ਮਾਰਨ ਨੂੰ ਆ ਜਾਏਗਾ। ਨਾ ਡਰਦਾ ਨਹੀਂ ਕਿਸੇ ਨੂੰ, ਕਿਉਂ ਕਿਸੇ ਦਾ ਨਾਂ? ਮੈਂ ਤੁਹਾਡਾ ਨਾਂ ਲੈ ਲਾਂ ਭਾਈ ਸਾਹਿਬ, ਤੁਸੀਂ ਸ਼ਰਾਬ ਪੀਂਦੇ ਹੋ, ਮੈਂ ਡਰ, ਯਾਨੀ ਕਿ ਜੇ ਹੋ ਸਕਦਾ ਪੀਂਦੇ ਹੋ। ਮੈਂ ਤਾਂ ਕਿਸੇ ਗੁਰਦੁਆਰੇ ਕਮੇਟੀ ਦਾ ਪ੍ਰਧਾਨ ਨਹੀਂ, ਉਹ ਸਿੱਖ ਜਿਹੜਾ ਹੈ, ਜਿਹਨੇ ਪੱਗ ਸਿਰ ਤੇ ਬੰਨ ਲਈ ਨਾ ਇੱਕ ਵਾਰੀ, ਉਹ ਨਾਨਕ ਦਾ ਸਿੱਖ ਹੋ ਗਿਆ। ਇਹਦਾ ਮਤਲਬ ਅਸੀਂ ਡੁਪਲੀਕੇਟ ਸਿੱਖ ਹਾਂ, ਪੱਗ ਬੰਨ ਲਈ ਫਿਰ ਸਿੱਖ। ਗੱਲ ਕਰਨੀ ਸੱਚੀ ਕਰਨੀ। ਨਹੀਂ ਤੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਗੁਰਬਾਣੀ ਦੀ, ਤੇ ਪਿੱਛੇ ਹੀ ਤੁਸੀਂ ਭੂਤ ਕੱਢਦੇ ਸੀ, ਉਹ ਭੂਤਾਂ ਵਾਲੀਆਂ ਵੀਡੀਓ ਵਾਇਰਲ ਹੋਈਆਂ ਸੀ, ਅਸੀਂ ਚਲਾਈ ਸੀ। ਹੁਣ ਕਿੱਥੇ ਗਈਆਂ ਗੱਲਾਂ? ਉਹ ਚੇਂਜ ਹੋ ਗਈਆਂ। ਪਿਛਲੇ ਸਾਲ ਕੁਝ ਹੋਰ ਸੀ, ਫਿਰ ਆਰਐਸਐਸ ਹੋ ਗਏ, ਫਿਰ ਹੁਣ ਭੂਤ ਕੱਢ ਤੇ ਹੁਣ ਕੀਰਤਨ ਕਰੀ ਜਾਂਦੇ ਹੋ। ਮੈਂ ਜਵਾਬ ਦੇਣਾ, ਇਹ ਤੁਸੀਂ ਭੂਤ ਦੀ ਗੱਲ ਕੀਤੀ ਨਾ ਕਿ ਭੂਤ ਕੱਢਦੇ, ਭੂਤ ਹੈ ਕੌਣ? ਬਾਣੀ 'ਚ ਲਿਖਿਆ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਜ, ਕਹਿੰਦੇ ਭੂਤ ਹੈਗੇ ਨੇ, ਪਰ ਅਸੀਂ ਭੂਤਾਂ ਨੂੰ ਗੁਰੂ ਮੰਨਦੇ ਹਾਂ। ਭੂਤ ਹੈਗੇ ਨੇ, ਤੁਸੀਂ ਕਿਹਾ ਭੂਤ ਕੱਢਦੇ, ਕਿੱਥੋਂ ਕੱਢਣੇ? ਅੱਜ ਕੱਲ ਬੰਦਾ ਹੀ ਭੂਤ ਹੈ, ਜਿਹੜਾ ਨਸ਼ਾ ਕਰ ਰਿਹਾ, ਜਿਹਨੂੰ ਬਾਰ-ਬਾਰ ਗੁੱਸਾ ਆ ਰਿਹਾ, ਉਹੀ ਭੂਤ ਹੈ, ਹੋਰ ਕੋਈ ਭੂਤ? ਇਹ ਤੁਸੀਂ ਕਹਿ ਰਹੇ ਹੋ। ਮੈਂ ਨਹੀਂ ਗੁੱਸਾ ਨਹੀਂ ਆ ਰਿਹਾ, ਮੈਂ ਬੜੇ ਪਿਆਰ ਨਾਲ ਗੱਲ ਕਰ ਰਿਹਾ। ਤੁਸੀਂ ਭੂਤ ਪ੍ਰੇਤ ਦੀ ਗੱਲ ਕੀਤੀ ਹੈ, ਭੂਤ ਕੱਢ ਦਿਓ। ਪਹਿਲੀ ਗੱਲ ਤੇ ਅਸੀਂ ਕਿਸੇ ਭੂਤ ਨਹੀਂ ਕੱਢਦੇ, ਉਹ ਬੰਦਾ ਹੀ ਭੂਤ ਹੈ। ਭੂਤ ਕਿਹੜਾ? ਕਾਮ, ਕ੍ਰੋਧ, ਲੋਭ, ਹੰਕਾਰ, ਇਹ ਭੂਤ ਨੇ। ਇਹ ਲੋਕਾਂ ਨੇ ਐਕਚੁਅਲੀ ਜਿਹਨੂੰ ਕੁਝ ਨਹੀਂ ਪਤਾ, ਉਹਨੇ ਐਵੇਂ ਇਲਜ਼ਾਮ ਲਾਏ ਜਾਣੇ ਨੇ ਕਿ ਭੂਤ ਕੱਢਦੇ ਰਹੇ। ਉਹ ਦੂਜੀ ਗੱਲ ਇੱਕ ਹੋਰ ਵੀ ਕੀਤੀ, ਤੁਸੀਂ ਕਿਹੜੀ ਕੀਤੀ? ਮੈਂ ਭੁੱਲ ਗਿਆ, ਤੁਸੀਂ ਦੁਬਾਰਾ ਉਹ ਰਿਪੀਟ ਕਰੋ ਗੱਲ ਜਰਾ। ਨਹੀਂ, ਮੈਂ ਤਾਂ ਤੁਹਾਨੂੰ ਇਹ ਪੁੱਛ ਰਿਹਾ, ਮੈਂ ਪੁੱਛ ਰਿਹਾ, ਤੁਸੀਂ ਪਿਛਲੇ ਸਾਲ ਗੱਲ ਕਰਦੇ ਸੀ ਭੂਤਾਂ ਕੱਢਣ ਦੀਆਂ ਵੀਡੀਓ ਤੁਹਾਡੀਆਂ ਵਾਇਰਲ ਹੋਈਆਂ। ਨਹੀਂ, ਕਿਹੜੀ ਵੀਡੀਓ ਵਾਇਰਲ? ਦੱਸੋ ਕਿਹੜੀ ਵੀਡੀਓ? ਸਾਡੇ ਚੈਨਲ ਤੇ ਚਲੀ ਸੀ, ਸਾਡੇ ਚੈਨਲ ਤੇ ਚਲੀ ਸੀ। ਉਹ ਭੂਤ ਨਹੀਂ ਸੀ, ਠੀਕ ਹੈ, ਮੈਂ ਦੱਸਦਾ ਇੱਕ ਐਕਚੁਅਲੀ ਭੂਤ ਨਹੀਂ ਸੀ। ਜਿਸ ਤਰ੍ਹਾਂ ਸਾਡੇ ਥੱਲੇ ਕਮਰਾ ਹੈ, ਠੀਕ ਹੈ, ਕਮਰੇ 'ਚ ਇੱਕ ਵੀਰ ਜੀ ਆ ਗਏ, ਉਹ ਬਹਿ ਕੇ ਕੋਈ ਆਪਣਾ ਬਾਣੀ ਬੂਣੀ ਪੜ੍ਹਨ ਲੱਗੇ। ਉਹਨਾਂ ਨੇ ਕੁਝ ਹੋਇਆ ਤੇ ਮੈਨੂੰ ਕੁਝ ਹੋਇਆ ਨਹੀਂ। ਗੱਲ ਸੁਣ ਧਿਆਨ ਨਾਲ, ਮੈਂ ਤੇ ਕੁਝ ਕੀਤਾ ਨਹੀਂ, ਹੋਏ ਤਾਂ ਉਹਨਾਂ ਨੂੰ, ਜਾਂ ਤੇ ਕੁਝ ਮੈਨੂੰ ਹੋਇਆ ਹੁੰਦਾ, ਮੈਂ ਨੱਚਦਾ ਚੌਕੀਆਂ ਚੱਕ ਕੇ ਮਰਦਾ। ਅਗਲੇ ਨੂੰ ਕੀ ਹੋਇਆ ਉਹਨੂੰ ਵੀ ਪਤਾ ਹੈ, ਮੈਂ ਉਹਦੇ ਬਾਰੇ ਕੋਈ ਵਿਚਾਰ ਨਹੀਂ ਕਹਿ ਸਕਦਾ। ਹੋ ਜਾ ਤੁਸੀਂ ਹੁਣੇ ਉੱਪਰ ਛਾਲਾ ਮਾਰੋ, ਨੱਚਣ ਲੱਗ ਪਓ ਜਾਣ ਕੇ, ਤੇ ਉਹਦੇ 'ਚ ਮੇਰਾ ਕੀ ਕਸੂਰ ਹੈ? ਠੀਕ ਹੈ, ਇਹਦੇ ਮੇਰੇ ਤਾਂ ਕਸੂਰ ਨਹੀਂ, ਬੰਦੇ ਉਹਨੂੰ ਹੋ ਰਿਹਾ, ਉਹਦੇ 'ਚ ਮੇਰਾ ਕੋਈ ਰੋਲ ਨਹੀਂ ਹੈ। ਹੁਣ ਕੋਈ ਆ ਕੇ ਨੱਚਣਾ ਸ਼ੁਰੂ ਕਰ ਦਿਆ ਤਾਂ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ। ਇਸ ਕਰਕੇ ਥੋੜਾ ਗੱਲ ਨੂੰ ਸਮਝ ਵੀ ਲੈਣਾ ਚਾਹੀਦਾ ਹੈ। ਘਰ ਆ ਕੇ ਪੁੱਛ ਲੈ ਬੰਦਾ ਕੀ ਆ, ਇਹ ਭੂਤ ਸ਼ੋਤ ਅਸਲੀ ਹੁੰਦੇ ਨਹੀਂ ਹੈ, ਅਸੀਂ ਉਹ ਭੂਤ ਆ। ਇਹ ਲੋਕੀ ਜਿਹੜਾ ਐਵੇਂ ਵਹਿਮ 'ਚ ਪੈ ਗਏ। ਮੈਂ ਤਾਂ ਇਹ ਗੱਲ ਸੁਣਾਣਾ ਤੁਹਾਨੂੰ, ਤੁਸੀਂ ਕਿ ਭੂਤ ਨੂੰ ਗੁੱਸਾ ਆਉਂਦਾ, ਮੈਂ ਕਿਹਾ ਭੂਤ ਦੀ ਕਹਿੰਦੇ ਨਹੀਂ ਐਕਚੁਅਲੀ ਨਹੀਂ ਜਿਹਨੂੰ ਗੁੱਸਾ, ਐਕਚੁਅਲੀ ਵੱਡਾ ਭੂਤ ਕਿਹੜਾ ਸਾਡੇ ਅੰਦਰ? ਕਾਮ ਦਾ ਭੂਤ ਹੈ, ਕ੍ਰੋਧ ਦਾ, ਲੋਭ ਦਾ, ਮੋਹ ਦਾ। ਇਹ 5 ਭੂਤ ਹਰ ਬੰਦੇ ਅੰਦਰ ਬੈਠੇ। ਹਰਜੀਤ ਸਿੰਘ ਅੰਦਰ ਮੋਹ ਨਹੀਂ ਹੈਗਾ, ਲਾਲਚ ਨਹੀਂ ਹੈਗਾ, ਪੈਸੇ ਦਾ ਜਾਂ ਕਿਸੇ ਹੋਰ ਚੀਜ਼ ਦਾ ਨਹੀਂ ਹੈਗਾ, ਮੰਨਦੇ ਹੋ ਚੈਨਲ ਤੇ? ਦੇਖੋ ਗੁਰੂ ਦੀ ਮਤਲਬ ਕਿ ਦੇਖੋ ਕੋਈ ਬੰਦਾ ਕੰਪਲੀਟ ਨਹੀਂ ਹੈ, ਪਹਿਲੇ ਇੱਕ ਕੋਈ ਕੰਪਲੀਟ ਨਹੀਂ ਹੈ। ਅਸੀਂ ਗੁਰੂ ਕੋਲ ਸਿੱਖ ਰਹੇ ਹਾਂ ਤੇ ਅਸੀਂ ਸਿੱਖ ਹੀ ਰਹਿਣਾ। ਨਹੀਂ, ਮੈਂ ਕਹਿੰਦਾ ਲਾਲਚ ਨਹੀਂ ਹੈਗਾ। ਦੇਖੋ ਲਾਲਚ
ਥੋੜਾ ਬਹੁਤਾ ਦੇਖੋ, ਜੇ ਤੁਸੀਂ ਕੋਈ ਕਾਮ ਨਹੀਂ ਹੈਗਾ, ਜੇ ਕਾਮ ਹੋਏਗਾ ਤੇ ਬੱਚੇ ਹੋਣਗੇ। ਮੇਰੀ ਗੱਲ ਮੰਨਿਓ, ਬੰਦਾ ਕਹੇ ਮੇਰੇ 'ਚ ਕਾਮ ਨਹੀਂ ਹੈਗਾ, ਲਾਲਚ ਨਹੀਂ ਹੋਏਗਾ ਥੋੜਾ ਬਹੁਤਾ, ਤੇ ਘਰ ਦਾ ਖਰਚਾ ਕਿੱਦਾਂ ਚੱਲੇਗਾ? ਠੀਕ ਹੈ, ਮੈਂ ਕਹਿ ਰਿਹਾ ਮੇਰੇ ਹਰ ਬੰਦੇ ਨਹੀਂ, ਇਹ ਗੱਲਾਂ ਪ੍ਰਚਾਰਕ ਜਿਹੜੇ ਪ੍ਰਚਾਰਕ ਨੇ ਜਾਂ ਕਥਾਵਾਚਕ ਨੇ ਲੋਕਾਂ ਤੇ ਇਹ ਗੱਲਾਂ ਕਰਦੇ ਨੇ, ਆਪਣੇ ਤੇ ਲਾਗੂ ਨਹੀਂ ਹੁੰਦੀਆਂ, ਆਪਣੇ ਤੇ ਲਾਗੂ ਕਰ ਰਿਹਾ। ਗੁਰੂ ਨਾਨਕ ਦੇਵ ਜੀ ਬੱਚੇ ਸਨ, ਕਾਮ ਨਾ ਹੁੰਦਾ ਬੱਚੇ ਕਿੱਦਾਂ? ਮੈਂ ਗੱਲ ਕਰ ਗੁਰੂ ਦੀ ਗੱਲ ਕਰ ਰਿਹਾ। ਸਾਡੇ ਗੁਰੂਆਂ ਨੇ ਵਿਆਹ ਸ਼ਾਦੀ ਕੀਤੀ। ਮੇਰੀ ਗੱਲ ਮੰਨਿਓ, ਮੇਰੀ ਗੱਲ ਸਵਾਲ ਤੁਹਾਨੂੰ ਪੁੱਛਿਆ, ਤੁਸੀਂ ਐਗਜ਼ਾਮਪਲ ਪਿੱਛੇ ਲੈ ਕੇ ਚੱਲੇ ਆ। ਸਾਡੇ ਗੁਰੂਆਂ ਦੇ ਬੱਚੇ ਸਨ। ਰੱਬ ਨੇ ਇੱਕ ਲਿਮਿਟ ਰੱਖੀ ਹੈ, ਅਗਰ ਲਿਮਿਟ ਓਵਰ ਲਿਮਿਟ ਹੋ ਜਾਏ ਉਹ ਨੁਕਸਾਨ ਹੈ। ਠੀਕ ਹੈ ਬਈ, ਜਦੋਂ ਲਿਮਿਟ ਦੇ ਬਾਹਰ, ਜਦੋਂ ਮੈਂ ਲਾਲਚ ਵੱਧ ਗਿਆ, ਜਿੰਨੀ ਤਨਖਾਹ ਮਿਲ ਰਹੀ ਹੈ ਮੈਨੂੰ, ਜੇ ਮੈਂ ਉਸ ਤਨਖਾਹ ਤੋਂ ਵੱਧ ਕੇ ਕਰਪਸ਼ਨ ਕਰਾਂ, ਬੇਈਮਾਨੀ ਕਰਾਂ, ਉਹ ਜੇ ਲਿਮਿਟ ਜੇ ਕ੍ਰਾਸ ਕਰ ਦੇਗਾ ਫਿਰ ਨੁਕਸਾਨ ਹੈ। ਜੋ ਪਰਮਾਤਮਾ ਨੇ ਜਿਹਨੂੰ ਭੇਜਿਆ, ਅਸੀਂ ਕੰਮ ਕਰਦੇ ਆ, ਬਿਜ਼ਨਸ ਕਰਦੇ ਆ, ਉਹ ਲੋਕਾਂ ਨੂੰ ਇਹ ਥੋੜਾ ਦੱਸਣਾ ਕਿੰਨੇ ਦੀ ਚੀਜ਼ ਆਈ ਤੇ ਕਿੰਨੇ ਦੀ, ਉਹ ਹਰ ਦੁਕਾਨਦਾਰ ਦਾ ਭੇਦ ਹੈ। ਨਹੀਂ, ਮੈਂ ਤਾਂ ਕਿਹਾ ਨਹੀਂ ਦੁਕਾਨ ਦੀ ਗੱਲ, ਮੈਂ ਐਗਜ਼ਾਮਪਲ ਦੇ ਰਿਹਾ। ਬੰਦਾ ਤੁਸੀਂ ਕਿਹਾ ਲਾਲਚ ਕੀ ਹੈ? ਜੇ ਚੀਜ਼ ਕੋਈ 60 ਰੁਪਏ ਦੀ ਹੈ, ਅਸੀਂ 70 ਦੀ ਵੇਚ ਰਹੇ ਹਾਂ, ਕੋਈ ਕਹੇ ਨਹੀਂ ਤੁਸੀਂ ਜੀ 10 ਰੁਪਏ ਦਾ ਲਾਲਚ ਕਰ ਰਹੇ ਹੋ। ਮੇਰੀ ਗੱਲ ਸਮਝੋ, ਇਹਨਾਂ ਹਰਜੀਤ ਜੀ ਕਿਹੇ ਤੇ ਉਂਗਲ ਚੱਕਣ ਤੋਂ ਪਹਿਲੇ 4 ਉਂਗਲਾਂ ਆਪਣੇ ਤੇ ਚੱਕੀਆਂ, 4 ਉਂਗਲਾਂ ਆਪਣੇ ਤੇ ਚੱਕੀਆਂ ਜਾਂਦੀਆਂ ਜੇ ਨਹੀਂ, 4 ਉਂਗਲਾਂ ਆਪਣੇ ਤੇ ਚੱਕੀਆਂ ਗਈਆਂ ਹੈ ਕਿ ਨਹੀਂ? ਨਹੀਂ, 4 ਉਂਗਲਾਂ ਚੱਕੀਆਂ ਗਈਆਂ ਨਹੀਂ, ਚੱਕਦੀਆਂ। ਜੇ ਤੁਸੀਂ ਮੈਂ ਤੁਹਾਡੇ ਤੇ ਉਂਗਲ ਚੱਕਣਾ, 4 ਮੇਰੇ ਵੱਲ ਜਾਂਦੀਆਂ ਹੈ ਨਾ, ਪਰ ਮੈਂ ਤੁਸੀਂ ਜਿਵੇਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਸਵਾਲ ਚੱਕੇ ਨੇ ਜਾਂ ਡੇਰੇ ਤੇ ਸਵਾਲ ਚੱਕੇ ਨੇ, ਠੀਕ ਹੈ, ਸਵਾਲ ਤੁਹਾਡੇ ਤੇ ਵੀ ਚੱਕੇ ਗਏ। ਮੈਂ ਜੇ ਸਵਾਲ ਪੁੱਛਦਾ ਫਿਰ ਚੁੱਪ ਦੇਗਾ, ਤੇ ਸਵਾਲ ਮੈਂ ਵੀ ਚੱਕਦਾ ਤੁਹਾਡੇ ਤੇ ਵੀ ਕੀ ਤੁਸੀਂ ਸਿੱਖੋ, ਤੇ ਮੇਰੇ ਤੇ ਚੱਕੀ ਜਾਓ। ਮੈਂ ਕਿਹਾ ਤੁਸੀਂ ਸਿੱਖੋ, ਤੁਸੀਂ ਕਹੋਗੇ ਮੈਂ ਸਿੱਖ ਨਹੀਂ ਆ। ਮਤਲਬ ਸਵਾਲ ਕੋਈ ਵੀ ਚੁੱਕ ਸਕਦਾ ਹੈ ਤੇ ਜੇ ਤੁਸੀਂ ਮੈਨੂੰ ਕਾਊਂਟਰ ਤੇ ਹੋਏਗਾ, ਜੇ ਤੁਸੀਂ ਮੇਰੇ ਤੇ ਕਾਊਂਟਰ ਕਰੋਗੇ, ਅਸੀਂ ਤੁਹਾਡੇ ਤੇ ਕਰਾਂਗੇ। ਇਸ ਕਰਕੇ ਆਹਿਸਤਾ ਅਸੀਂ ਚੇਂਜ ਹੋਣਾ ਹੈ। ਭਾਈ ਹਰਜੀਤ ਸਿੰਘ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ, ਜੰਮੂ 'ਚ ਨਸ਼ੇ ਦੇ ਖਿਲਾਫ ਗੱਲ ਕੀਤੀ, ਦੂਜਿਆਂ ਤੇ ਉਂਗਲਾਂ ਚੱਕਦੇ ਆਪਣੇ ਤੇ ਉਂਗਲਾਂ ਚੱਕੀਆਂ ਗਈਆਂ ਨੇ। ਜਿਹੜੇ ਆਪਣੇ ਤੇ ਉਂਗਲਾਂ ਜਾਂ ਸਵਾਲ ਚੱਕੇ ਜਾਂਦੇ ਨੇ, ਤਕਲੀਫ ਹੁੰਦੀ ਹੈ। ਜੇ ਦੂਜੇ ਤੇ ਉਂਗਲਾਂ ਚੱਕਣ ਤੋਂ ਪਹਿਲੇ ਆਪਣਾ ਕਰੈਕਟਰ ਕੀ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ। ਹਰਜੀਤ ਸਿੰਘ ਹੋਰਾਂ ਨੇ ਕਿਹਾ ਵੀ ਮੈਂ ਸਵਾਲ ਪੁੱਛਦਾ, ਮੈਂ ਕਿਸੇ ਨੂੰ ਜ਼ਬਰਦਸਤੀ ਜਾਂ ਕਿਸੇ ਦੇ ਉੱਪਰ ਇਲਜ਼ਾਮ ਲਾਉਣ ਤੋਂ ਪਹਿਲੇ ਕਿਸੇ ਦਾ ਨਾਂ ਨਹੀਂ ਲਿਆ। ਮੈਂ ਗੱਲ ਕੀਤੀ ਹੈ, ਜੋ ਗਲਤੀਆਂ ਹੋ ਸਕਦੀਆਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਇਹ ਉਹਨਾਂ ਦਾ ਕਹਿਣਾ। ਪਰ ਸਾਡਾ ਇਹ ਮੰਨਣਾ ਵੀ ਕਿਸੇ ਤੇ ਸਵਾਲ ਚੁੱਕਣ ਤੋਂ ਪਹਿਲੇ ਜੇ ਕਿਸੇ ਤੇ ਇੱਕ ਉਂਗਲ ਚੱਕ ਦਿਓ ਤੇ 4 ਉਂਗਲਾਂ ਆਪਣੇ ਪਾਸੇ ਵੀ ਚੁੱਕੀਆਂ ਜਾਂਦੀਆਂ ਨੇ, ਤੇ ਇਸ ਕਰਕੇ ਸਵਾਲ ਕਰਨ ਤੋਂ ਪਹਿਲੇ ਸੋਚ ਲੈਣਾ ਚਾਹੀਦਾ। ਹੁਣ ਤੁਸੀਂ ਆਪਣੀ ਰਾਏ ਜਿਹੜੀ ਹੈ ਉਹ ਕਮੈਂਟਾਂ ਵਿੱਚ ਦਿਓ। ਭਾਈ ਹਰਜੀਤ ਸਿੰਘ ਜੀ ਸਹੀ ਕਹਿ ਰਹੇ ਨੇ ਜਾਂ ਗਲਤ ਕਹਿ ਰਹੇ ਨੇ, ਕਮੇਟੀਆਂ ਠੀਕ ਕੰਮ ਕਰ ਰਹੀਆਂ ਨੇ ਜਾਂ ਇਹਨਾਂ ਦੇ ਸਵਾਲ ਜਾਇਜ਼ ਨੇ। ਤੁਸੀਂ ਦੇਖਦੇ ਰਹੋ RTI ਇੰਡੀਆ ਨਿਊਜ਼, ਲੋਕਤੰਤਰ ਦਾ ਪਹਿਰੇਦਾਰ।